Welcome students to Commerce Study. Today we discuss planning process in business studies lecture. ठीक है, आज ਆਪਾਂ planning process discuss ਕਰਾਂਗੇ business study ਦੇ lecture ਵਿੱਚ। ਹੁਣ first of all planning process ਹੁੰਦੀ ਕੀ ਹੈ? Planning process means ਕਿ ਜਦੋਂ ਅਸੀਂ future event ਜੋ ਆਪਾਂ decide ਕਰਦੇ ਹਾਂ organized way ਦੇ ਵਿੱਚ ਕਿ future ਦੇ ਵਿੱਚ ਕੀ ਕਰਨਾ ਹੈ, ਕਿਸ ਤਰੀਕੇ ਨਾਲ ਕਰਨਾ ਹੈ, ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਪਲਾਨਿੰਗ ਪ੍ਰੋਸੈਸ। ਐਂਡ ਪ੍ਰੋਸੈਸ ਆਫ ਪਲਾਨਿੰਗ ਦੇ ਵਿੱਚ ਡਿਟਰਮਾਈਨ ਕਰਦੇ ਹਾਂ ਗੋਲ ਕਿ ਆਪਾਂ ਕੀ ਅਚੀਵ ਕਰਨਾ ਹੈ ਐਂਡ ਉਹਦੇ ਵਾਸਤੇ ਬੈਸਟ ਕੋਰਸ ਆਫ ਐਕਸ਼ਨ, ਬੈਸਟ ਜਿਹੜਾ ਐਕਸ਼ਨ ਆਪਾਂ ਹੈਗਾ ਜਿਹੜੇ ਡਿਫਰੈਂਟ ਕੋਰਸਿਸ ਹੈਗੇ ਉਹਦੇ 'ਚੋਂ ਬੈਸਟ ਐਕਸ਼ਨ ਨੂੰ ਚੂਜ਼ ਕਰਦੇ ਹਾਂ ਐਂਡ ਡਿਸੀਜ਼ਨ ਮੇਕ ਕਰਦੇ ਹਾਂ ਐਂਡ ਕੋਸ਼ਿਸ਼ ਕਰਦੇ ਹਾਂ ਕਿ ਗੋਲਸ ਅਚੀਵ ਕਰੀਏ। ਔਰ ਇਨ ਸਿੰਪਲ ਸੈਂਸ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪਲਾਨਿੰਗ ਪ੍ਰੋਸੈਸ ਜੋ ਹੈਗੀ ਹੈ ਇਹਦੇ ਵਿੱਚ ਆਪਾਂ ਸੀਕੁਐਂਸ ਆਫ ਪਲਾਨਿੰਗ ਜੋ ਹੈ ਡਿਸਾਈਡ ਕਰਦੇ ਹਾਂ ਕਿ ਪਹਿਲਾਂ ਆਪਾਂ ਕੀ ਕਰਨਾ ਹੈ, ਫਿਰ ਕੀ ਕਰਨਾ ਹੈ, ਫਿਰ ਕੀ ਕਰਨਾ, ਪੂਰਾ ਪ੍ਰੋਪਰ ਸੀਕੁਐਂਸ ਜੋ ਹੈ ਪਲਾਨਿੰਗ ਦਾ ਆਪਾਂ ਡਿਸਾਈਡ ਕਰਦੇ ਹਾਂ। ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਪਲਾਨਿੰਗ ਪ੍ਰੋਸੈਸ। ਹੁਣ ਅੱਗੇ ਹੈਗਾ ਸਟੈਪਸ ਇਨ ਪਲਾਨਿੰਗ ਪ੍ਰੋਸੈਸ। ਕੀ ਪਲਾਨਿੰਗ ਪ੍ਰੋਸੈਸ ਦੇ ਵਿੱਚ ਕੀ ਸਟੈਪਸ ਹੈਗੇ? ਸਭ ਤੋਂ ਫਸਟ ਆਫ ਆਲ ਇਹਦੇ ਵਿੱਚ ਜਿਹੜਾ ਸਟੈਪ ਹੈਗਾ ਅਵੇਅਰਨੈਸ ਆਫ ਓਪਰਚੁਨਿਟੀ, ਕਿ ਜਦੋਂ ਵੀ ਆਪਾਂ ਪਲਾਨਿੰਗ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਜੋ ਵੀ ਬਿਜ਼ਨਸ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਨੂੰ ਕਿਹੜੀ ਓਪਰਚੁਨਿਟੀ ਹੈਗੀ ਹੈ, ਆਪਾਂ ਕਿਹੜੀ ਓਪਰਚੁਨਿਟੀ ਅਵੇਲ ਕਰ ਸਕਦੇ ਹਾਂ। ਐਂਡ ਦਿਸ ਇਜ਼ ਅ ਇਨੀਸ਼ੀਅਲ ਸਟੈਪ ਆਫ ਦਾ ਪਲਾਨਿੰਗ ਪ੍ਰੋਸੈਸ। ਇਹ ਸਭ ਤੋਂ ਫਸਟ ਸਟੈਪ ਹੈਗਾ ਪਲਾਨਿੰਗ ਪ੍ਰੋਸੈਸ ਦਾ, ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਜੋ ਵੀ ਬਿਜ਼ਨਸ ਅਸੀਂ ਕਰ ਰਹੇ ਹਾਂ ਸਾਨੂੰ ਕਿਹੜੀ ਜਿਹੜੀ ਹੈਗੀ ਆ ਓਪਰਚੁਨਿਟੀ ਅਵੇਲਡ ਹੋ ਸਕਦੀ ਹੈ। ਦੂਸਰਾ ਹੈਗਾ ਡਿਟਰਮਾਈਨਿੰਗ ਦਾ ਓਬਜੈਕਟਿਵ। ਆਫਟਰਵਰਡਸ ਡਿਸਾਈਡਿੰਗ ਕਿ ਸਾਨੂੰ ਇਹ ਓਪਰਚੁਨਿਟੀ ਅਵੇਲਡ ਹੋ ਰਹੀ ਹੈ ਇਸ ਬਿਜ਼ਨਸ ਤੋਂ, ਉਸ ਤੋਂ ਬਾਅਦ ਡਿਸਾਈਡ ਕਰਾਂਗੇ ਕਿ ਕੀ ਸਾਡੇ ਬਿਜ਼ਨਸ ਦਾ ਓਬਜੈਕਟਿਵ ਕੀ ਹੋਏਗਾ। ਜਿਹੜੇ ਓਬਜੈਕਟਿਵ ਹੁੰਦੇ ਆ ਗਾਈਡਲਾਈਨਸ ਪ੍ਰੋਵਾਈਡ ਕਰਦੇ ਬਿਜ਼ਨਸ ਦੇ ਵਿੱਚ ਕਿ ਅਸੀਂ ਕੀ ਕਰਨਾ ਹੈ, ਕੰਮ ਕਿੱਦਾਂ ਕਰਨਾ ਹੈ। ਐਂਡ ਜਿਹੜੀ ਓਬਜੈਕਟਿਵ ਜਿਹੜਾ ਹੈਗਾ ਇਹ ਸਪੈਸੀਫਿਕ ਹੋਣਾ ਚਾਹੀਦਾ ਹੈ, ਕਲੀਅਰ ਹੋਣਾ ਚਾਹੀਦਾ ਹੈ, ਪ੍ਰੀਸਾਈਜ਼ ਹੋਣਾ ਚਾਹੀਦਾ ਹੈ। ਐਂਡ ਇਹਦੇ 'ਚ ਓਵਰਆਲ ਓਬਜੈਕਟਿਵ ਜਿਹੜਾ ਟੋਟਲ ਓਬਜੈਕਟਿਵ ਫੋਰ ਬਿਜ਼ਨਸ ਉਹ ਵੀ ਅਸੀਂ ਇਹਦੇ ਵਿੱਚ ਮੇਡ ਕਰਾਂਗੇ। ਫਿਰ ਥਰਡ ਸਟੈਪ ਹੈਗਾ ਕਲੈਕਟਿੰਗ ਡਾਟਾ ਐਂਡ ਇਨਫੋਰਮੇਸ਼ਨ, ਕਿ ਜੋ ਵੀ ਅਸੀਂ ਓਬਜੈਕਟਿਵ ਡਿਸਾਈਡ ਕੀਤਾ, ਜੋ ਵੀ ਕੰਮ ਕਰਨਾ ਡਿਸਾਈਡ ਕੀਤਾ ਐਜ਼ ਪਰ ਓਬਜੈਕਟਿਵ, ਐਜ਼ ਪਰ ਗੋਲ ਦੇ ਅਕੋਰਡਿੰਗ ਜੋ ਹੈਗਾ ਅਸੀਂ ਬਿਜ਼ਨਸ ਦਾ ਡਾਟਾ ਡਿਸਾਈਡ ਕਰਾਂਗੇ, ਡਾਟਾ ਕਲੈਕਟ ਕਰਾਂਗੇ, ਇਨਫੋਰਮੇਸ਼ਨ ਕਲੈਕਟ ਕਰਾਂਗੇ ਤਾਂ ਕਿ ਜੋ ਅਸੀਂ ਐਨਾਲਾਈਜ਼ ਕਰਨਾ ਉਹ ਸਹੀ ਐਨਾਲਾਈਜ਼ ਹੋਵੇ ਔਰ ਸਹੀ ਡਿਸੀਜ਼ਨ ਲਿੱਤਾ ਜਾਵੇ। ਆਫਟਰਵਰਡ ਕਲੈਕਟਿੰਗ ਦਾ ਡਾਟਾ ਫੋਰਥ ਸਟੈਪ ਹੈਗਾ ਹੈ ਇਸਟੈਬਲਿਸ਼ਿੰਗ ਦ ਪਲਾਨਿੰਗ ਪ੍ਰੀਮਿਸਿਸ ਮਤਲਬ ਰਿਸੋਰਸਿਸ, ਪ੍ਰੀਮਿਸਿਸ ਮਤਲਬ ਹੁੰਦੇ ਰਿਸੋਰਸਿਸ। ਕਿ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਓਬਜੈਕਟਿਵ ਡਿਸਾਈਡ ਕਰ ਲਿਆ ਫਿਰ ਅਸੀਂ ਜਿਹੜੇ ਹੈਗੇ ਹੈ ਪਲਾਨਿੰਗ ਕਰਨ ਵਾਸਤੇ ਜਿਹੜੀ ਰਿਸੋਰਸਿਸ ਹੈਗੇ ਹੈ ਆਪਾਂ ਉਹਨਾਂ ਸਾਰੇ ਰਿਸੋਰਸਿਸ ਨੂੰ ਇਕੱਠਾ ਕਰਾਂਗੇ। ਇਸ ਸਟੈਪ ਦੇ ਵਿੱਚ ਜੋ ਇਮੈਜੀਨੇਸ਼ਨਸ ਹੈ, ਜੋ ਰਿਸੋਰਸਿਸ ਹੈ ਜੋ ਕਿ ਫਿਊਚਰ ਵਿੱਚ ਸਾਨੂੰ ਲੋੜ ਪੈ ਸਕਦੀ ਹੈ, ਉਹ ਸਾਰੇ ਰਿਸੋਰਸਿਸ ਇਕੱਠਾ ਕਰਾਂਗੇ। ਫਿਰ ਉਸ ਤੋਂ ਬਾਅਦ ਫਿਫਥ ਸਟੈਪ ਹੈ ਡਿਟਰਮਾਈਨਿੰਗ ਆਲਟਰਨੇਟਿਵ ਕੋਰਸ ਆਫ ਐਕਸ਼ਨ। ਆਫਟਰਵਰਡਸ ਜੋ ਹੈਗਾ ਹੈ ਜਦੋਂ ਪਲਾਨਿੰਗ ਬਣਾ ਲਈ, ਪਲਾਨਿੰਗ ਬਣਾਉਣ ਤੋਂ ਬਾਅਦ ਇਹ ਦੇਖਿਆ ਜਾਏਗਾ ਕਿ ਇਸ ਕੰਮ ਨੂੰ ਕਿਸ ਹੋਰ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ, ਇਹਦੇ ਇਲਾਵਾ ਹੋਰ ਕਿਹੜੇ ਆਲਟਰਨੇਟਿਵ ਹੋ ਸਕਦੇ ਆ। ਫੋਰ ਐਗਜ਼ਾਮਪਲ ਇੱਥੇ ਆਪਾਂ ਐਗਜ਼ਾਮਪਲ ਦੇ ਦੁਆਰਾ ਸਮਝਾਉਂਦੀ ਹਾਂ ਕਿ ਫੋਰ ਐਗਜ਼ਾਮਪਲ ਜੇ ਬਿਜ਼ਨਸ ਦਾ ਓਬਜੈਕਟਿਵ ਇਹ ਹੈਗਾ ਸੇਲ ਇਨਕਰੀਜ਼ ਕਰਨੀ ਹੈ ਐਂਡ ਇਹੀ ਜਿਹੜਾ ਹੈਗਾ ਡਿਟਰਮਾਈਨ ਉਹਨਾਂ ਨੇ ਕੀਤਾ ਕਿ ਸੇਲ ਇਨਕਰੀਜ਼ ਕਰਨੀ ਹੈ, ਅਤੇ ਸੇਲ ਇਨਕਰੀਜ਼ ਕਰਨ ਵਾਸਤੇ ਸਾਡੇ ਕੋਲ ਕਈ ਵੇ ਹੈਗੇ ਆ। ਅਸੀਂ ਫ੍ਰੀ ਗਿਫਟ ਦੇ ਕੇ ਸੇਲ ਇਨਕਰੀਜ਼ ਕਰ ਸਕਦੇ ਹਾਂ, ਕੂਪਨ ਸਿਸਟਮ ਦੇ ਨਾਲ ਸੇਲ ਇਨਕਰੀਜ਼ ਕਰ ਸਕਦੇ ਹਾਂ, ਪ੍ਰਾਈਸ ਰਿਡਿਊਸ ਕਰਕੇ ਸੇਲ ਇਨਕਰੀਜ਼ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਇਹ ਦੇਖਣਾ ਹੈ ਕਿ ਜਿਹੜਾ ਵੀ ਅਸੀਂ ਕੰਮ ਕਰਨ ਜਾ ਰਹੇ ਉਹਦੇ ਆਲਟਰਨੇਟਿਵ ਕੀ ਹੈ। ਫੋਰ ਐਗਜ਼ਾਮਪਲ ਜਿੱਦਾਂ ਸੇਲ ਦੇ ਕੀ ਹੈ, ਗਿਫਟ ਦਿੱਤਾ ਜਾ ਸਕਦਾ ਹੈ, ਕੂਪਨ ਦਿੱਤਾ ਜਾ ਸਕਦਾ ਹੈ, ਕੋਂਟੈਸਟ ਕੀਤੇ ਜਾ ਸਕਦੇ ਹੈ, ਕਈ ਇਹੋ ਜਿਹੇ ਪ੍ਰਮੋਸ਼ਨਸ ਜਿਹੜੇ ਹੈਗੇ ਲਗਾ ਕੇ ਜੋ ਹੈ ਸੇਲ ਇਨਕਰੀਜ਼ ਕੀਤੀ ਜਾ ਸਕਦੀ ਹੈ। ਐਂਡ ਆਫਟਰਵਰਡਸ ਜਦੋਂ ਡਿਸਾਈਡ ਕਰ ਲਿਆ ਆਲਟਰਨੇਟਿਵ ਕੀ ਹੈਗੇ ਹੈ ਫਿਰ ਉਸ ਤੋਂ ਬਾਅਦ ਜੋ ਹੈਗੇ ਆ ਜਿੰਨੇ ਵੀ ਆਲਟਰਨੇਟਿਵ ਕੋਰਸ ਆਫ ਐਕਸ਼ਨ ਹੈ ਉਹਨਾਂ ਨੂੰ ਇਵੈਲੂਏਟ ਕਰਾਂਗੇ, ਉਹਨਾਂ ਨੂੰ ਐਨਾਲਾਈਜ਼ ਕਰਾਂਗੇ ਕਿ ਇਹਦੇ ਵਿੱਚ ਬੈਸਟ ਕਿਹੜਾ ਹੈਗਾ। ਫੋਰ ਐਗਜ਼ਾਮਪਲ ਹੁਣ ਪ੍ਰਾਈਸ ਘਟਾ ਦਿੱਤਾ ਜਾਵੇ, ਕੁਆਲਿਟੀ ਘਟਾਤੀ ਦਿੱਤੀ ਜਾਵੇ, ਇਹਦੇ ਨਾਲ ਵੀ ਸੇਲ ਇਨਕਰੀਜ਼ ਹੋਵੇਗੀ, ਗਿਫਟ ਦੇ ਨਾਲ ਹੋਏਗੀ, ਕੋਂਟੈਸਟ ਦੇ ਨਾਲ ਹੋਏਗੀ। ਹੁਣ ਜਿਵੇਂ ਵੀ ਇਸ ਤਰੀਕੇ ਹੈਗੇ ਸਾਰਿਆਂ ਨੂੰ ਕੀ ਕੀਤਾ ਜਾਏਗਾ, ਐਨਾਲਾਈਜ਼ ਕੀਤਾ ਜਾਏਗਾ ਐਂਡ ਆਊਟ ਆਫ ਡੈਟ ਜਿਹੜਾ ਵੀ ਬੈਸਟ ਲੱਗੇਗਾ ਉਹ ਜੋ ਹੈ ਚੂਜ਼ ਕੀਤਾ ਜਾਏਗਾ। ਫਿਰ ਉਸ ਤੋਂ ਬਾਅਦ ਕੀ ਸਿਲੈਕਟਿੰਗ ਸੁਟੇਬਲ ਕੋਰਸ ਆਫ ਐਕਸ਼ਨ। ਸਿਕਸ ਸਟੈਪ ਦੇ ਵਿੱਚ ਅਸੀਂ ਡਿਸਾਈਡ ਇਵੈਲੂਏਟ ਕਰ ਲਿਆ ਐਂਡ ਅਸੀਂ ਸੈਵਨਥ ਸਟੈਪ ਦੇ ਵਿੱਚ ਜਿਹੜਾ ਵੀ ਮੈਨੇਜਰ ਆਫ ਦਾ ਬਿਜ਼ਨਸ ਹੋਏਗਾ, ਠੀਕ ਹੈ, ਉਹ ਕੀ ਕਰੇਗਾ ਸੈਵਨਥ ਸਟੈਪ ਦੇ ਵਿੱਚ ਆਊਟ ਆਫ ਦੋਜ਼ ਪਲਾਨਸ ਦੇ ਵਿੱਚੋਂ ਜਿਹੜਾ ਬੈਸਟ ਪਲਾਨ ਹੋਏਗਾ ਉਹ ਉਸ ਕੀ ਕਰ ਲਏਗਾ, ਸਿਲੈਕਟ ਕਰ ਲਏਗਾ। ਐਂਡ ਫਿਰ ਏਟਥ ਹੈਗਾ ਫਾਰਮੂਲੇਟ ਪਲਾਨ। ਹੁਣ ਉਹ ਸੁਟੇਬਲ ਪਲਾਨ ਜਿਹੜਾ ਵੀ ਉਹਨੇ ਡਿਸਾਈਡ ਕੀਤਾ ਹੈ ਉਹ ਚੂਜ਼ ਕਰਨ ਤੋਂ ਬਾਅਦ ਉਹਦੇ 'ਤੇ ਡਿਟੇਲ ਪ੍ਰੋਗਰਾਮਸ ਬਣਾਏ ਜਾਊਗੇ
ताकि मतलब कि और सब प्लान बनाए जाओगे ताकि जो जोड़ा है प्लान सक्सैसफुली किया जाए और इस जिन्ने भी छोटे छोटे प्लान बनाए जाओगे वो जो बेसिक प्लान है उन्होंने सपोर्ट करेंगे ताकि वो प्लान की हो सक्सैसफुल हो सकन। एंड आफ्टरवर्ड्स टाइमिंग एंड सीक्वेंस ऑफ एक्टिविटी एंड उस तो बाद की किया जाएगा, उस तो बाद डिसाइड किया जाएगा कि तुसी प्लान कदों है स्टार्ट करना है एंड वो फिनिश टाइम की होएगा और किस टाइम पर सारी एक्टिविटीज़ परफॉर्म होएगी। ये सारे सीक्वेंसिस डिसाइड किया जाऊगा एंड सिक्योरिंग कोऑपरेशन एंड ये प्लान की अपना इंप्लीमेंट ता ही हो सकता है एंड सक्सैसफुल ता ही हो सकता है जो कोऑपरेशन होएगी। एंड ये प्लान इस तरीके का होएगा जो वर्कर वास्ते एंड एम्पलॉयर वास्ते दोनों वास्ते बेनीफिशली हो और दोनों कोऑपरेशन के नाल काम करन ता ही प्लान जो है सक्सैसफुल हो सकता है। एंड आफ्टर इंप्लीमेंट प्लान लास्ट स्टैप है फॉलोअप कि लास्ट में देखा जाएगा रिव्यू किया जाएगा प्लान कि प्लान सक्सैसफुल हो भी रहा है या नहीं होया, ठीक है, कि ये कमी रह गई है वह सारा जो है रिव्यू फॉलो किया जाएगा। वंस अगेन स्टूडेंट्स आई एम रिपीटिंग फॉर दिस टॉपिक फॉर योर पर्पस मतलब आप अज डिस्कस किया प्लानिंग प्रोसैस की होंगे सीक्वेंसिस इन द प्लान्स जो कि प्लान को सक्सैसफुल बनाते हैं। एंड हुण की है स्टैप्स एंड प्लानिंग प्रोसैस डिस्कस करते हैं कि सब तो पहला की करांगे अवेयरनेस करांगे अपॉर्चुनिटी की कि साढ़े कोल किहड़ी अपॉर्चुनिटी है, फिर उस तो बाद ऑब्जेक्टिव बनावांगे, फिर डाटा कलैक्ट करांगे, फिर डाटा कलैक्ट करन तो बाद इस्टैबलिश करांगे प्लानिंग प्रीमिसेस, फिर अल्टरनेटिव कोर्सेस देखांगे, फिर इवेलुएट करांगे, फिर सिलेक्ट करांगे, फिर प्लान फॉर्मुलेट करांगे एंड टाइमिंग एंड सीक्वेंस ऑफ एक्टिविटी डिसाइड करांगे, कोऑपरेशन सिक्योर करांगे एंड लास्ट ऑफ फॉलोअप करांगे। एंड फॉलोअप जो है ये सानू जो साडे प्लान विच कमियां रह गई जो भी प्रॉब्लम रही अगर प्लान सक्सैसफुल नहीं होया वो सारा जो आंसर जो है सानू इस फॉलोअप तो मिलूगा। ठीक है, थैंक यू स्टूडेंट्स।